प्यारे बच्चों, सत श्री अकाल। ਪਹਿਲਾਂ ਅਸੀਂ ਆਪਣੀ 8ਵੀਂ ਜਮਾਤ ਦਾ 18ਵਾਂ ਪਾਠ ਅੰਨੇ ਸੁਜਾਖੇ ਪੜ੍ਹ ਚੁੱਕੇ ਹਾਂ। ਅੱਜ ਅਸੀਂ ਆਪਣੀ 8ਵੀਂ ਜਮਾਤ ਦੀ ਪਾਠ ਪੁਸਤਕ ਨਿੱਕੇ ਨਿੱਕੇ ਖੰਭ ਦਾ 19ਵਾਂ ਪਾਠ ਸਵਰਗ ਪੜਾਂਗੇ। ਪਾਠ 19 ਸਵਰਗ। ਜਿਵੇਂ ਕਿ ਪਾਠ ਦੇ ਨਾਂ ਤੋਂ ਪਤਾ ਚੱਲਦਾ ਹੈ, ਸਵਰਗ ਭਾਵ ਜਿੱਥੇ ਸ਼ਾਂਤੀ, ਸਾਰੀਆਂ ਸੁੱਖ ਸੁਵਿਧਾਵਾਂ ਮਿਲਣ। ਆਓ ਅਸੀਂ ਇਸ ਪਾਠ ਦੇ ਵਿੱਚ ਪੜ੍ਹਦੇ ਹਾਂ ਕਿ ਲੇਖਕ ਸਾਨੂੰ ਕਿਹੋ ਜਿਹੇ ਸਵਰਗ ਦੇ ਦਰਸ਼ਨ ਕਰਵਾ ਰਿਹਾ ਹੈ। ਪਾਠ ਅਨੁਸਾਰ, ਇੱਕ ਬੁਢਾਪਾ ਘਰ ਬਜ਼ੁਰਗ ਆਪਸ ਵਿੱਚ ਗੱਲਾਂ ਕਰ ਰਹੇ ਹਨ। ਇਹ ਕੁਝ ਇਸ ਤਰ੍ਹਾਂ ਹਨ। ਮੋਹਨ ਲਾਲ: ਸੁਣਾਓ ਬਈ ਭਰਾਵੋ, ਸੁਖੀ ਹੋ? ਭਗਵਤੀ: ਬਈ ਹੋਰਾਂ ਦਾ ਪਤਾ ਨਹੀਂ, ਮੈਂ ਤਾਂ ਬੜਾ ਹੀ ਸੁਖੀ ਹਾਂ। ਕਮਲਨਾਥ: ਬਈ ਸੁਖੀ ਵੀ ਕਿਸ ਤਰ੍ਹਾਂ ਨਾ ਹੋਈਏ, ਰੋਜ਼ ਦੇ ਤਾਨੇ ਮੇਣਿਆਂ ਤੋਂ ਤਾਂ ਛੁਟਕਾਰਾ ਮਿਲਿਆ। ਇੱਥੇ ਘੱਟੋ ਘੱਟ ਸਕੂਨ ਦੀ ਰੋਟੀ ਤਾਂ ਮਿਲਦੀ ਹੈ। ਹਰੀ ਰਾਮ: ਮੈਨੂੰ ਤਾਂ ਭਰਾਵੋ ਆਪਣੇ ਘਰ ਦੀ ਬੜੀ ਯਾਦ ਆਉਂਦੀ ਹੈ। ਮੇਰਾ ਪੁੱਤ ਪਤਾ ਨਹੀਂ ਕਿਸ ਹਾਲਤ ਵਿੱਚ ਹੋਵੇਗਾ। ਮੇਰੀ ਨੂੰਹ ਨੇ ਮੇਰੇ ਹੁੰਦੇ ਵੀ ਉਸ ਦਾ ਜੀਣਾ ਹਰਾਮ ਕਰ ਛੱਡਿਆ ਸੀ। ਪਤਾ ਨਹੀਂ ਵਿਚਾਰਾ ਹੁਣ ਕਿਸ ਹਾਲ ਵਿੱਚ ਰਹਿ ਰਿਹਾ ਹੋਵੇਗਾ। ਇਹ ਸਾਰੀ ਵਾਰਤਾਲਾਪ ਉੱਥੇ ਇਕੱਠੇ ਹੋਏ ਬਜ਼ੁਰਗ ਆਪਸ ਵਿੱਚ ਕਰ ਰਹੇ ਹਨ। ਸਾਰੀ ਵਾਰਤਾਲਾਪ ਸੁਣ ਕੇ ਮੋਹਨ ਲਾਲ ਆਖਦਾ ਹੈ, ਹਰੀ ਰਾਮ ਜੀ, ਇਹ ਸਭ ਦੀ ਹਾਲਤ ਦਾ ਜ਼ਿੰਮੇਵਾਰ ਵੀ ਤੁਹਾਡਾ ਮੁੰਡਾ ਹੀ ਹੋਵੇਗਾ। ਪਹਿਲਾਂ ਪੁੱਛ ਕਰਕੇ ਔਰਤਾਂ ਨੂੰ ਸਿਰੇ ਚੜਾ ਲੈਂਦੇ ਨੇ, ਭਾਵ ਪੁਚਕਾਰ ਕੇ ਉਹਨਾਂ ਦੀ ਹਰ ਗੱਲ ਨੂੰ ਮੰਨ ਕੇ ਉਹਨਾਂ ਨੂੰ ਸਿਰ ਤੇ ਚੜਾ ਲੈਂਦੇ ਨੇ, ਉਹਨਾਂ ਦੀ ਆਦਤਾਂ ਵਿਗਾੜ ਦਿੰਦੇ ਨੇ, ਉਹਨਾਂ ਦੀਆਂ ਜਾਇਜ਼ ਨਾਜਾਇਜ਼ ਮੰਗਾਂ ਮੰਨੀ ਜਾਂਦੇ ਨੇ। ਫਿਰ ਜਦੋਂ ਉਹ ਗੱਲ ਨੂੰ ਆਉਂਦੀਆਂ ਨੇ ਤਾਂ ਰੋਂਦੇ ਨੇ, ਭਾਵ ਫਿਰ ਜਦੋਂ ਉਹ ਆਪਣੀ ਆਈ ਤੇ ਆ ਕੇ ਤੰਗ ਕਰਦੀਆਂ ਨੇ, ਭਾਵ ਆਪਣੀ ਹਰ ਜਿੱਦ ਪੁਗਾਉਂਦੀਆਂ ਨੇ, ਫਿਰ ਉਹ ਆਪ ਉਸ ਤੋਂ ਦੁਖੀ ਹੋ ਜਾਂਦੇ ਨੇ। ਹਰੀ ਰਾਮ ਆਖਦਾ ਹੈ, ਗੱਲ ਤਾਂ ਤੁਹਾਡੀ ਸਹੀ ਹੈ। ਮੈਂ ਬਥੇਰਾ ਮੁੰਡੇ ਨੂੰ ਸਮਝਾਉਂਦਾ ਰਿਹਾ, ਉਦੋਂ ਉਹਨਾਂ ਨੇ ਮੇਰੀ ਇੱਕ ਨਾ ਸੁਣੀ। ਜੇ ਜਨਾਨੀ ਨੇ ਕਹਿ ਦਿੱਤਾ ਬਾਹਰ ਹੋਟਲ ਤੋਂ ਰੋਟੀ ਖਾਣੀ ਹੈ, ਫਿਲਮ ਵੇਖਣ ਜਾਣਾ ਹੈ, ਤਾਂ ਜਨਾਨੀ ਦੇ ਕਹਿਣ ਦੀ ਦੇਰ ਹੁੰਦੀ ਸੀ। ਮੁੰਡਾ ਬਾਈਕ ਸਟਾਰਟ ਕਰਕੇ ਪਹਿਲਾਂ ਹੀ ਬਾਹਰ ਖੜਾ ਹੋ ਜਾਂਦਾ ਸੀ, ਭਾਵ ਉਹਨੂੰ ਕਿਸੇ ਵੀ ਗੱਲ ਤੋਂ ਕਦੇ ਵੀ ਨਾ ਨੁੱਕਰ ਨਹੀਂ ਕਰਦਾ ਸੀ। ਅੱਗੋਂ ਭਗਵਤੀ ਆਖਦਾ ਹੈ, ਵਈ ਗੱਲ ਤਾਂ ਮੋਹਨ ਲਾਲ ਹੋਰਾਂ ਦੀ ਸਹੀ ਹੈ। ਇਹ ਸਭ ਕੰਮ ਦੇ ਜ਼ਿੰਮੇਵਾਰ ਮੁੰਡੇ ਹੀ ਹਨ। ਕੁਝ ਹੱਦ ਤੱਕ ਅਸੀਂ ਵੀ ਜ਼ਿੰਮੇਵਾਰ ਹਾਂ। ਮੁੰਡੇ ਨੇ ਜਿੰਨੇ ਪੈਸੇ ਮੰਗੇ ਹੱਥ ਵਿੱਚ ਫੜਾ ਦਿੱਤੇ। ਮੈਂ ਤਾਂ ਆਪਣਾ ਪ੍ਰੋਵੀਡੈਂਟ ਵਿੱਚੋਂ ਵੀ ਕਢਵਾ ਕੇ ਦਿੰਦਾ ਰਿਹਾ ਹਾਂ, ਤਾਂ ਜੋ ਨੂੰਹ ਪੁੱਤ ਖੁਸ਼ ਰਹਿਣ, ਭਾਵ ਜਿਹੜੀ ਉਸਨੇ ਆਪਣੀ ਨੌਕਰੀ ਦੇ ਵੇਲੇ ਜਿਹੜੀ ਸੇਵਿੰਗ ਕੀਤੀ ਹੁੰਦੀ ਹੈ, ਉਸ ਵਿੱਚੋਂ ਕੱਢ ਕੇ ਵੀ ਉਹ ਆਪਣੇ ਪਰਿਵਾਰ ਨੂੰ ਪੈਸੇ ਦਿੰਦਾ ਰਿਹਾ ਤਾਂ ਕਿ ਉਹ ਖੁਸ਼ ਰਹਿਣ। ਮੇਰੀ ਪਤਨੀ ਨੇ ਮੈਨੂੰ ਬੜਾ ਸਮਝਾਇਆ ਕਿ ਇੰਨਾ ਹੱਥ ਖੁੱਲਾ ਨਾ ਰੱਖੋ, ਪਰ ਮੇਰੀ ਅਕਲ ਤੇ ਪਰਦਾ ਪੈ ਗਿਆ ਸੀ ਨੂੰਹ ਪੁੱਤ ਦੀ ਖੁਸ਼ੀ ਦਾ, ਤਾਂ ਕਿ ਉਹ ਖੁਸ਼ ਰਹਿਣ ਤੇ ਪਰਿਵਾਰ ਵਿੱਚ ਸੁਖ ਸ਼ਾਂਤੀ ਬਣੀ। ਕਮਲਨਾਥ: ਮੈਂ ਤਾਂ ਜੰਮਿਆ ਹੀ ਹਮਾਤਸ ਜਿਹੇ ਪਰਿਵਾਰ, ਮਤਲਬ ਆਮ ਜਿਹੇ ਪਰਿਵਾਰ, ਮਜ਼ਦੂਰ ਪਰਿਵਾਰ ਵਿੱਚ ਹੋਇਆ ਸੀ ਤੇ ਸਾਰੀ ਜ਼ਿੰਮੇਵਾਰੀ ਮੇਰੇ ਉੱਪਰ ਹੀ ਸੀ। ਹਾਂ, ਬੱਚਿਆਂ ਨੂੰ ਪੜ੍ਹਾ ਲਿਖਾ ਕੇ ਇਸ ਕਾਬਲ ਬਣਾ ਦਿੱਤਾ ਕਿ ਆਪਣੇ ਪੈਰਾਂ ਤੇ ਖੜੇ ਹੋ ਜਾਣ, ਭਾਵ ਕੁਝ ਸਿੱਖ ਲੈਣ, ਕੁਝ ਬਣ ਜਾਣ। ਮੈਂ ਤਾਂ ਆਪਣੀ ਕਮਾਈ ਦੀ ਇੱਕ ਪਾਈ ਇਹ ਸਮਝ ਕੇ ਔਲਾਦ ਦੇ ਖਰਚਦਾ ਰਿਹਾ ਕਿ ਬੁਢਾਪੇ ਵੀ ਸਹਾਰਾ ਦੇਣਗੇ। ਮੈਨੂੰ ਕੀ ਪਤਾ ਸੀ ਇੰਜ ਤੱਕਾ ਹੋਏਗਾ। ਇਹ ਆਖਦੇ ਹੀ ਉਹ ਵਿਚਾਰਾ ਰੋ। ਮੋਹਨ ਲਾਲ ਕਮਲਨਾਥ ਦੇ ਪਿੱਠ ਤੇ ਹੱਥ ਰੱਖ ਕੇ ਉਸਨੂੰ ਚੁੱਪ ਕਰਾਉਂਦਾ ਹੋਇਆ, ਕਮਲਨਾਥ ਜੀ, ਰੋਵੋ ਨਾ, ਆਪਾਂ ਬਥੇਰਾ ਰੋ ਲਿਆ। ਮੈਂ ਵੀ ਅੱਖਾਂ ਵਿੱਚ ਘਸੁੰਨ ਦੇ ਕੇ ਰੋਂਦਾ ਰਿਹਾ। ਬਥੇਰਾ ਸਮਝਾਇਆ, ਪਰ ਕੋਈ ਸਮਝਣ ਵਾਲਾ ਹੋਵੇ ਤਾਂ ਸਮਝੇ। ਇੱਕੋ ਇੱਕ ਮੁੰਡਾ ਸੀ, ਪੁੱਤਰ ਮੋਹ ਵਿੱਚ ਫਸ ਕੇ ਆਪਣਾ ਸਭ ਕੁਝ ਉਸ ਦੇ ਨਾਲ ਲਵਾ ਦਿੱਤਾ। ਜੇ ਕੋਲ ਪੈਸਾ ਧੇਲਾ ਸੀ ਉਸ ਨੂੰ ਦੇ ਦਿੱਤਾ। ਜਦੋਂ ਬਿਲਕੁਲ ਨੰਗਾ ਬੁੱਝਾ ਹੋ ਗਿਆ ਤਾਂ ਉਸਨੇ ਧੱਕਾ ਦੇਣ ਲੱਗਿਆ 1 ਮਿੰਟ ਨਾ ਲਗਾਇਆ, ਭਾਵ ਜਦੋਂ ਉਸਨੇ ਦੇਖ ਲਿਆ ਕਿ ਪਿਤਾ ਦੇ ਕੋਲ ਹੁਣ ਕੁਝ ਵੀ ਨਹੀਂ ਹੈ ਤੇ ਉਸਨੇ ਉਸਨੂੰ ਘਰੋਂ ਬਾਹਰ ਕੱਢ ਦਿੱਤਾ। ਪੋਤਰੇ ਨੇ ਬਥੇਰਾ ਸਮਝਾਇਆ, ਪਰ ਪਿਓ ਨੇ ਉਸਦੀ ਕੋਈ ਨਾ ਸੁਣੀ ਤੇ ਮੈਨੂੰ ਘਰੋਂ ਬਾਹਰ ਕੱਢ ਕੇ ਮਾਰਿਆ। ਕਮਲਨਾਥ: ਤੁਸੀਂ ਕੀ ਕਰਦੇ ਸੀ? ਮੋਹਨ ਲਾਲ ਜੀ, ਮੈਂ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ। ਚੰਗੀ ਤਨਖਾਹ ਮਿਲਦੀ ਸੀ, ਰਹਿਣਾ ਸਹਿਣਾ ਚੰਗਾ ਸੀ। ਇੱਕ ਮੁੰਡਾ ਤੇ ਇੱਕ ਕੁੜੀ ਸੀ। ਕੁੜੀ ਮੈਂ ਆਪਣੀ ਸਰਵਿਸ ਦੌਰਾਨ ਹੀ ਵਿਆਹ ਦਿੱਤੀ। ਹੁਣ ਮੁੰਡਾ ਆਖੇ ਮੈਂ ਬਾਹਰ ਜਾਣਾ,
ਮੈਂ ਏਜੰਟ ਨਾਲ ਗੱਲ ਵੀ ਕਰ ਆਇਆ ਹਾਂ, ਉਸਨੇ 20 ਲੱਖ ਰੁਪਏ ਮੰਗੇ ਹਨ। ਪੈਸੇ ਲਈ ਘਰ ਆ ਕੇ ਰੋਜ਼ ਕਲੇਸ਼ ਪਾ ਕੇ ਬਹਿ ਜਾਂਦਾ ਸੀ। ਮੈਂ ਬਥੇਰੀ ਨਾ ਨੁੱਕਰ ਕੀਤੀ, ਬਥੇਰਾ ਸਮਝਾਇਆ, ਇਹਨਾਂ ਏਜੰਟਾਂ ਦਾ ਕੋਈ ਇਤਬਾਰ ਨਹੀਂ ਹੁੰਦਾ। ਇਹ ਏਜੰਟ ਕੋਲ ਲੈ ਗਿਆ, ਆਪਣੇ ਪੱਲੇ ਕੁਝ ਨਹੀਂ ਰਹਿਣ ਦਿੰਦੇ। ਮੁੰਡੇ ਨੇ ਆਖਿਆ, ਪੈਸੇ ਦੇਣੇ ਐ ਤਾਂ ਦਿਓ, ਨਹੀਂ ਤਾਂ ਮੈਂ ਜਾਉਂਦਾ ਹਾਂ। ਤਾਂ ਲੱਗਾ ਗੱਡੀ ਥੱਲੇ ਸਿਰ ਦੇਣ। ਆਖਰ ਪੁੱਤਰ ਮੋਹ ਵਿੱਚ ਫਸ ਕੇ ਜੋ ਖੱਟਿਆ ਕਮਾਇਆ ਸੀ ਉਸ ਦੇ ਹਵਾਲੇ ਕਰ ਦਿੱਤਾ। ਉਹੀ ਗੱਲ ਹੋਈ, ਏਜੰਟ ਪੈਸੇ ਮਾਰ ਕੇ ਦੌੜ ਗਿਆ। ਹੁਣ ਲੱਗਾ ਰੋਣ। ਮੈਂ ਉਸ ਨੂੰ ਹੌਸਲਾ ਦੇ ਕੇ ਚੁੱਪ ਕਰਾਇਆ, ਕਿਤੇ ਕੁਝ ਕਰ ਹੀ ਨਾ ਬੈਠੇ। ਵਿਆਹ ਦੀ ਵੀ ਜਲਦੀ ਕਰ ਦਿੱਤਾ। ਉਹਦੀ ਵੋਟੀ ਤਾਂ ਚੜ੍ਹਦੀ ਚੰਨ ਨਿਕਲੀ, ਭਾਵ ਕਿ ਪਹਿਲੇ ਹੀ ਜਿਹੜਾ ਘੱਟ ਸੀ, ਜਿਹੜਾ ਆ ਕੇ ਉਸਨੇ ਹੋਰ ਚੰਨ ਚੜਾ ਦਿੱਤੇ। ਆਂਦੇ ਹੀ ਰੋਲਾ ਪਾ ਦਿੱਤਾ, ਮੇਰੇ ਪੇਕੇ ਜਾ ਕੇ ਰਹਿ। ਬਸ ਤੁਰ ਪਿਆ ਨਾਲ। ਮੈਂ ਕੁਝ ਦੇਰ ਕੁੜੀ ਕੋਲ ਰਿਹਾ, ਭਲਾ ਕੁੜੀਆਂ ਕੋਲ ਕਿੰਨਾ ਕੁ ਦੇਰ ਰਿਹਾ ਜਾ ਸਕਦਾ ਹੈ। ਆਖਰ ਆਪਣੇ ਘਰ ਆ ਗਿਆ। ਇੱਕ ਦਿਨ ਬਾਥਰੂਮ ਵਿੱਚ ਤਿਲਕ ਕੇ ਚੁੱਲ੍ਹਾ ਤੁੜਵਾ ਬੈਠਾ। ਚੂਲਾ ਤੁੜਵਾਣਾ ਭਾਵ ਕਿ ਉਸਦੀ ਜਿਹੜੀ ਕਮਰ ਦੀ ਹੱਡੀ ਹੈ ਉੱਥੋਂ ਟੁੱਟ ਗਈ। ਹੁਣ ਸਾਂਭਣ ਵਾਲਾ ਕੋਈ ਵੀ ਨਹੀਂ ਸੀ। ਉਸਨੇ ਇੱਥੇ ਬਿਰਧ ਆਸ਼ਰਮ ਵਿੱਚ ਪਹੁੰਚਾ ਦਿੱਤਾ। ਬਸ ਉਦੋਂ ਤੋਂ ਇੱਥੇ ਹੀ ਰਹਿ ਰਿਹਾ ਹਾਂ। ਕਮਲਨਾਥ, ਘਰ ਦਾ ਕੀ ਬਣਿਆ? ਮੋਹਨ ਲਾਲ ਨੇ ਆਖਿਆ। ਮੁੰਡੇ ਨੇ ਬਥੇਰੇ ਪਾਪੜ ਵੇਲੇ, ਭਾਵ ਬਥੇਰੀ ਜੁਗਤਾਂ ਲਾਈਆਂ, ਘਰ ਉਹਦੇ ਨਾ ਕਰਵਾ ਦਿਆਂ, ਪਰ ਮੈਂ ਇੱਕੋ ਰੱਟ ਲਗਾ ਲਈ, ਹੁਣ ਮੈਂ ਤੇਰੇ ਟੈ ਨਹੀਂ ਚੜਨਾ, ਭਾਵ ਕਿ ਤੇਰੇ ਕਹੇ ਤੇ ਮੈਂ ਹੁਣ ਕੁਝ ਨਹੀਂ ਕਰਨਾ। ਇਸ ਲਈ ਘਰ ਮੈਂ ਕਿਰਾਏ ਤੇ ਰੱਖਿਆ ਹੈ। ਜੋ ਕਿਰਾਇਆ ਆਉਂਦਾ ਹੈ ਇੱਥੇ ਆਸ਼ਰਮ ਵਿੱਚ ਹੀ ਦੇ ਦਿੰਦਾ ਹਾਂ। ਘੱਟੋ ਘੱਟ ਮਨ ਨੂੰ ਸਕੂਨ ਤਾਂ ਹੈ ਕਿ ਪੈਸਾ ਸਹੀ ਥਾਂ ਤੇ ਲੱਗ ਰਿਹਾ ਹੈ। ਮੈਂ ਤਾਂ ਸੋਚ ਲਿਆ, ਮਰਨ ਤੋਂ ਪਹਿਲਾਂ ਘਰ ਵੀ ਆਸ਼ਰਮ ਦੇ ਨਾਂ ਹੀ ਲਵਾ ਦੇਣਾ ਹੈ, ਤਾਂ ਕਿ ਇਹੋ ਜਿਹੀ ਨਾ ਸ਼ੁਕਰੀ ਔਲਾਦ ਨਾ ਹੜਪ ਜਾਵੇ, ਭਾਵ ਕਿ ਜਿਹੜੀ ਔਲਾਦ ਨੂੰ ਆਪਣੇ ਮਾਪਿਓ ਦੀ ਕਦਰ ਹੀ ਨਹੀਂ ਹੈ, ਉਹ ਇਸ ਮਕਾਨ ਨੂੰ ਨਾ ਹੜਪ ਜਾਵੇ। ਭਗਵਤੀ, ਮੋਹਨ ਲਾਲ ਜੀ, ਤੁਹਾਡੀ ਕਹਾਣੀ ਮੇਰੇ ਨਾਲ ਮਿਲਦੀ ਜੁਲਦੀ ਹੈ। ਮੈਂ ਤਾਂ ਕਹਾਂਗੀ ਆਪਣੀ ਸਾਰਿਆਂ ਦੀ ਕਹਾਣੀ ਇੱਕ ਦੂਜੇ ਨਾਲ ਮਿਲਦੀ ਜੁਲਦੀ ਹੈ। ਮੇਰੇ 2 ਮੁੰਡੇ ਹੀ ਸਨ। ਮੁੰਡੇ ਵੀ ਕਾਦੇ ਹੋਏ, ਦੋਵੇਂ ਪੜ੍ਹਾਈ ਲਿਖਾਈ ਵਿੱਚ ਨਲਾਇਕ ਹੀ ਸਨ। ਦੋਵਾਂ ਨੂੰ ਕਿਸੇ ਨੇ ਅਫਸਰ ਤੱਕ ਹੀ ਰੱਖਣਾ ਨਹੀਂ ਸੀਗਾ। ਮਾੜੇ ਮੋਟੇ ਕੰਮ ਕਰਦੇ ਸਨ। ਇੱਕ ਤਾਂ ਜਿੰਨਾ ਕਮਾਉਂਦਾ ਸ਼ਰਾਬ ਵਿੱਚ ਹੀ ਉਜਾੜ ਦਿੰਦਾ, ਦੂਜਾ ਜਨਾਨੀ ਦੇ ਪਿੱਛੇ ਲੱਗ ਕੇ ਅਲੱਗ ਰਹਿਣ ਲੱਗਾ। ਸ਼ਰਾਬੀ ਦਾ ਵਿਆਹ ਤਾਂ ਕਰ ਦਿੱਤਾ, ਪਰ ਉਹਦੀ ਘਰਵਾਲੀ ਜਲਦੀ ਹੀ ਛੱਡ ਕੇ ਚਲੀ ਗਈ। ਇੱਕ ਘਰਵਾਲੀ ਦੇ ਜਾਣ ਪਿੱਛੇ ਨਸ਼ੇ ਦੀ ਹਾਲਤ ਵਿੱਚ ਸੜਕ ਦੁਰਘਟਨਾ ਵਿੱਚ ਮਾਰਿਆ ਗਿਆ। ਮੈਂ ਹੁਣ ਇਕੱਲਾ ਰਹਿ ਗਿਆ ਹਾਂ। ਘਰਵਾਲੀ ਪਹਿਲਾਂ ਹੀ ਛੱਡ ਕੇ ਚਲੀ ਗਈ ਸੀ। ਆਖਰ ਇਸ ਬਿਰਧ ਆਸ਼ਰਮ, ਭਾਵ ਬਜ਼ੁਰਗਾਂ ਦਾ ਜਿਹੜੇ ਰਹਿਣ ਦੀ ਥਾਂ ਹੈ, ਬਿਰਧ ਆਸ਼ਰਮ ਦਾ ਸਹਾਰਾ ਲਿਆ। ਭਰਾਵੋ, ਮੇਰਾ ਤਾਂ ਘਰ ਵੀ ਗਿਰਵੀ ਪਿਆ ਹੈ। ਆਸ਼ਰਮ ਵਾਲਿਆਂ ਨੂੰ ਆਖਦਾ ਹਾਂ ਕਿ ਜੇਕਰ ਛਡਵਾ ਲੈਣ ਤਾਂ ਇਹਨਾਂ ਦੇ ਹੀ ਨਾਂ ਕਰਵਾ ਦੇਵਾਂਗਾ। ਆਸ਼ਰਮ ਦਾ ਮੈਨੇਜਰ ਜੋ ਬਜ਼ੁਰਗਾਂ ਦੀਆਂ ਗੱਲਾਂ ਛੁਪ ਕੇ ਸੁਣ ਲੈਂਦਾ ਹੈ। ਤੁਹਾਡੇ ਵਿੱਚੋਂ ਮੋਹਨ ਲਾਲ ਜੀ ਕੌਣ ਹਨ? ਮੋਹਨ ਲਾਲ, ਮੈਂ ਹੀ ਹਾਂ ਮੈਨੇਜਰ ਸਾਹਿਬ। ਮੈਨੇਜਰ, ਤੁਹਾਨੂੰ ਕੋਈ ਮਿਲਣ ਲਈ ਆਇਆ ਹੈ। ਮੋਹਨ ਲਾਲ, ਮੈਨੂੰ ਕਿਸਨੇ ਮਿਲਣਾ ਹੈ? ਕੌਣ ਆਇਆ ਹੈ? ਮੈਨੇਜਰ, ਕੋਈ 25 ਕੁ ਸਾਲਾਂ ਦਾ ਮੁੰਡਾ ਹੈ, ਆਪਣਾ ਨਾਂ ਅਰਵਿੰਦ ਦੱਸਦਾ ਹੈ। ਮੋਹਨ ਲਾਲ, ਅਰਵਿੰਦ ਮੇਰਾ ਪੋਤਰਾ, ਮੈਨੂੰ ਜਲਦੀ ਨਾਲ ਮਿਲਾਓ। ਉਹਦੇ ਮਨ ਦੇ ਵਿੱਚ ਉਤਸੁਕਤਾ ਪੈਦਾ ਹੋ ਗਈ। ਅਰਵਿੰਦ ਆਉਂਦੇ ਹੀ ਦਾਦਾ ਜੀ ਦੇ ਪੈਰੀ ਹੱਥ ਲਾਉਂਦਾ ਹੈ। ਦਾਦਾ ਜੀ, ਮੈਂ ਤੁਹਾਨੂੰ ਇੱਥੋਂ ਲੈਣ ਲਈ ਆਇਆ ਹਾਂ। ਮੋਹਨ ਲਾਲ, ਅਰਵਿੰਦ ਪੁੱਤਰ, ਮੈਂ ਇੱਥੇ ਬਹੁਤ ਖੁਸ਼ ਹਾਂ। ਹੁਣ ਮੈਂ ਵਾਪਸ ਉਸ ਨਰਕ ਦੇ ਵਿੱਚ ਨਹੀਂ ਜਾ। ਅਰਵਿੰਦ, ਦਾਦਾ ਜੀ, ਮੈਂ ਹੁਣ ਇੰਨਾ ਕੁ ਕਮਾ ਲੈਂਦਾ ਹਾਂ ਕਿ ਤੁਹਾਨੂੰ ਵਧੀਆ ਤਰ੍ਹਾਂ ਰੱਖ ਸਕਾਂ। ਮੋਹਨ ਲਾਲ, ਤੇ ਤੇਰਾ ਪਿਓ, ਜੇ ਉਹਨੂੰ ਪਤਾ ਲੱਗ ਗਿਆ? ਅਰਵਿੰਦ, ਮੈਂ ਉਹਨਾਂ ਨਾਲੋਂ ਆਪਣਾ ਨਾਤਾ ਤੋੜ ਲਿਆ ਹੈ। ਮੈਂ ਉਹਨਾਂ ਨੂੰ ਕਹਿ ਦਿੱਤਾ ਹੈ, ਜੇ ਤੁਸੀਂ ਮੇਰੇ ਦਾਦਾ ਜੀ ਨੂੰ ਨਾ ਰੱਖ ਸਕੇ ਤੇ ਤੁਸੀਂ ਮੇਰੇ ਕੁਝ ਨਹੀਂ ਲੱਗਦੇ। ਹੁਣ ਮੈਂ ਆਪਣੇ ਦਾਦਾ ਜੀ ਨੂੰ ਇੰਨਾ ਕੁ ਪਿਆਰ ਦੇਵਾਂਗਾ ਕਿ ਉਹ ਸਭ ਸਦਮੇ ਭੁੱਲ ਜਾਣਗੇ। ਮੋਹਨ ਲਾਲ, ਅਰਵਿੰਦ, ਕਿਤੇ ਤੈਨੂੰ ਵੀ ਮੇਰੇ ਘਰ ਤਾਂ ਨਹੀਂ ਦਿਸਦਾ? ਜੇ ਤੂੰ ਵੀ ਕਿਤੇ ਆਪਣੇ ਪਿਓ ਵਾਂਗ ਕੀਤਾ ਫੇਰ? ਅਰਵਿੰਦ, ਦਾਦਾ ਜੀ, ਅੱਜ ਭਾਵੇਂ ਮੈਂ ਕਿਰਾਏ ਦੇ ਘਰ ਵਿੱਚ ਹੀ ਰਹਿੰਦਾ ਹਾਂ, ਫਿਰ ਵੀ ਮੈਨੂੰ ਇੰਨੀ ਕੁ ਕਮਾਈ ਹੋ ਜਾਂਦੀ ਹੈ ਕਿ ਮੈਂ ਜਲਦੀ ਹੀ ਆਪਣਾ ਘਰ ਲੈ ਲਵਾਂਗਾ। ਮੈਂ ਤੁਹਾਡੇ ਉਸ ਘਰ ਬਾਰੇ ਕਦੀ ਗੱਲ ਵੀ ਨਹੀਂ ਕਰਾਂਗਾ, ਭਾਵੇਂ ਮੈਥੋਂ ਲਿਖਵਾ ਲਵੋ। ਬਾਕੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਕਦੇ ਤੁਹਾਨੂੰ ਦੁੱਖ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕਰਾਂਗਾ। ਕਮਲਨਾਥ, ਅੱਖਾਂ ਵਿੱਚ ਅਥਰੂ ਭਰਦੇ ਹੋਏ, ਮੋਹਨ ਲਾਲ ਜੀ, ਕਿਸਮਤ ਵਾਲੇ ਹੋ ਜੋ ਇੰਨਾ ਸੰਸਕਾਰੀ ਪੋਤਰਾ ਪਾਇਆ ਹੈ। ਭਗਵਤੀ, ਮੈਂ ਤਾਂ ਤੁਹਾਨੂੰ ਇਹ ਕਹਾਂਗੀ
ਕਿ ਤੁਸੀਂ ਇਸ ਬੱਚੇ ਦਾ ਦਿਲ ਨਹੀਂ ਤੋੜਨਾ ਚਾਹੀਦਾ। ਬਾਕੀ ਹਰੀ ਰਾਮ ਜੀ ਨੂੰ ਪੁੱਛ ਲੈਂਦੇ ਹਾਂ। ਹਰੀ ਰਾਮ ਭਰਾਵੋ, ਮੈਂ ਤਾਂ ਸਭ ਤੋਂ ਕੀ ਆਪਣੇ ਆਪ ਤੇ ਵਿਸ਼ਵਾਸ ਉੱਠ ਗਿਆ ਹੈ। ਭਾਵ ਕਿ ਮੈਂ ਹੁਣ ਕਿਸੇ ਨੂੰ ਕੀ ਕਵਾਂ, ਮੇਰਾ ਤਾਂ ਆਪਣੇ ਆਪ ਤੋਂ ਹੀ ਵਿਸ਼ਵਾਸ ਉੱਠ ਚੁੱਕਿਆ ਹੈ। ਮੋਹਨ ਲਾਲ, ਅਰਵਿੰਦ ਬੇਟਾ, ਹੁਣ ਤੋਂ ਮੈਨੂੰ ਮੁੜ ਕੇ ਉਸ ਮੋਹ ਮਾਇਆ ਵਿੱਚ ਨਾ ਉਲਝਾ। ਮੈਂ ਇੱਥੇ ਖੁਸ਼ ਹਾਂ। ਹੁਣ ਇਹੀ ਥਾਂ ਮੇਰੇ ਲਈ ਸਵਰਗ ਹੈ। ਅਸੀਂ ਸਭ ਇੱਥੇ ਇਕੱਠੇ ਰਹਿੰਦੇ ਹਾਂ, ਇੱਕ ਦੂਜੇ ਨਾਲ ਦੁੱਖ ਸੁੱਖ ਫੋਲ ਕੇ ਸਮਾਂ ਲੰਘਾ ਲੈਂਦੇ ਹਾਂ। ਮੈਂ ਤੇਰੀ ਨੀਅਤ ਤੇ ਸ਼ੱਕ ਨਹੀਂ ਕਰਦਾ, ਪਰ ਹੁਣ ਇੱਥੇ ਜਾਣ ਨੂੰ ਦਿਲ ਨਹੀਂ ਕਰਦਾ। ਅਰਵਿੰਦ, ਦਾਦਾ ਜੀ, ਮੈਂ ਬੜੇ ਮਾਣ ਨਾਲ ਆਇਆ ਸੀ, ਫਿਰ ਵੀ ਮੈਂ ਦੇਖ ਲਿਆ ਹੈ ਤੁਸੀਂ ਇਸ ਛੋਟੀ ਜੀ ਦੁਨੀਆ ਵਿੱਚ ਬਹੁਤ ਖੁਸ਼ ਹੋ, ਇਸ ਲਈ ਮੈਂ ਤੁਹਾਨੂੰ ਲੈ ਜਾਣ ਲਈ ਜ਼ੋਰ ਨਹੀਂ ਪਾਵਾਂਗਾ। ਫਿਰ ਵੀ ਮੇਰੇ ਘਰ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲੇ ਰਹਿਣਗੇ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ, ਹਫ਼ਤੇ ਵਿੱਚ ਇੱਕ ਵਾਰ ਮਿਲਣ ਲਈ ਜ਼ਰੂਰ ਆਇਆ ਕਰਾਂਗਾ। ਮੈਂ ਇਸ ਆਸ਼ਰਮ ਨੂੰ ਵੀ ਹਰ ਮਹੀਨੇ ਕੁਝ ਨਾ ਕੁਝ ਦਾਨ ਜ਼ਰੂਰ ਦਿਆ ਕਰਾਂਗਾ, ਤਾਂ ਜੋ ਇਹ ਸਵਰਗ ਕਦੀ ਨਰਕ ਨਾ ਬਣ ਸਕੇ। ਮੋਹਨ ਲਾਲ ਅੱਗੇ ਹੋ ਕੇ ਪੋਤਰੇ ਨੂੰ ਗੱਲ ਲਾ ਲੈਂਦਾ ਹੈ। ਕਾਸ਼ ਤੇਰਾ ਪਿਓ ਵੀ ਤੇਰੇ ਵਾਂਗ ਹੀ ਸੋਚਦਾ। ਹਰੀ ਰਾਮ ਨਾਰਾ ਮਾਰਦਾ ਹੋਇਆ, ਸਾਡਾ ਸਵਰਗ ਬਾਕੀ ਸਾਰੇ ਵਸਦਾ ਰਵੇ। ਹਰੀ ਰਾਮ ਸਾਡਾ ਸਵਰਗ, ਫਿਰ ਬਾਕੀ ਸਾਰੇ ਆਖਦੇ ਨੇ ਵਸਦਾ ਰਵੇ। ਸੋ ਬੱਚਿਓ, ਅਸੀਂ ਇਸ ਪਾਠ ਦੇ ਵਿੱਚ ਪੜ੍ਹਿਆ ਹੈ ਕਿ ਕਿਸ ਤਰ੍ਹਾਂ ਬਜ਼ੁਰਗ ਜਿਹੜੇ ਨੇ ਉਹ ਆਪਣੇ ਬੁਢਾਪੇ ਦੇ ਵੇਲੇ ਦੇ ਵਿੱਚ ਰੁਲਦੇ ਨੇ। ਛੋਟੇ ਹੁੰਦੇ ਸਾਡੇ ਮਾਪਿਓ ਸਾਨੂੰ ਸਕੂਲਾਂ ਦੇ ਵਿੱਚ ਚੰਗੀ ਸਿੱਖਿਆ ਦੇਣ ਲਈ ਭੇਜਦੇ ਨੇ, ਲੇਕਿਨ ਉਹੀ ਬੱਚੇ ਵੱਡੇ ਹੋ ਕੇ ਆਪਣੇ ਮਾਪਿਓ ਨੂੰ ਘਰ ਨਹੀਂ ਰੱਖ ਸਕਦੇ, ਉਹਨਾਂ ਨੂੰ ਵ੍ਰਿਧ ਆਸ਼ਰਮ ਭਾਵ ਓਲਡ ਏਜ ਹੋਮ ਦੇ ਵਿੱਚ ਛੱਡ ਆਉਂਦੇ ਨੇ। ਕੀ ਇਹ ਸਹੀ ਹੈ? ਇਸ ਬਾਰੇ ਸੋਚਣਾ ਤੇ ਵਿਚਾਰਨਾ ਜ਼ਰੂਰ ਚਾਹੀਦਾ ਹੈ। ਹੁਣ ਮੈਨੂੰ ਆਸ ਹੈ ਤੁਸੀਂ ਇਸ ਪਾਠ ਨੂੰ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ। ਹੁਣ ਤੁਸੀਂ ਇਸ ਪਾਠ ਨਾਲ ਸੰਬੰਧਿਤ ਕਾਰਜ ਆਪਣੀ ਉੱਤਰ ਪੁਸਤਕਾਂ ਤੇ ਕਰੋਗੇ। ਧੰਨਵਾਦ।